ਤਿੰਨ ਕੁ ਦਿਨ ਪਹਿਲੇ ਨਵਾਂ ਸ਼ਹਿਰ ਦੇ ਵਿੱਚ ਇੱਕ ਧਰਨਾ ਸੀਗਾ ਕਾਂਗਰਸ ਪਾਰਟੀ ਦਾ ਔਰ ਉੱਥੇ ਕਾਂਗਰਸ ਪਾਰਟੀ ਦਾ ਇੱਕ ਨੇਤਾ ਬੜਾ ਕਿਲ ਕੇ ਕਹਿ ਰਿਹਾ ਸੀਗਾ ਕਿ ਸਾਨੂੰ ਦੋ ਜਣਿਆਂ ਨਾਲ ਲੜਾਈ ਲੜਨੀ ਪੈ ਰਹੀ ਹੈ, ਇੱਕ ਪਾਸੇ ਕੇਂਦਰ ਦੀ ਸਰਕਾਰ ਨਾਲ, ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ। ਔਰ ਮੈਨੂੰ ਹਾਸਾ ਵੀ ਆ ਰਿਹਾ ਸੀ ਵੀ ਕਿਲ ਕੇ ਇਹ ਬੰਦਾ ਜਿਹੜਾ ਇੱਕੋ ਹੀ ਗੱਲ ਦੁਹਰਾਉਂਦਾ ਰਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਕਦੀ ਨਹੀਂ ਆਣੀ, ਪੰਜਾਬ ਦੇ ਵਿੱਚ ਬੀਜੇਪੀ ਆ ਨਹੀਂ ਸਕਦੀ, और ਇੱਕੋ ਹੀ ਗੱਲ ਤੇ ਸੂਈ ਰੱਖ ਕੇ ਬੈਠਾ ਰਿਹਾ। ਉਤੋਂ ਇਹ ਸਮਝ ਤਾਂ ਜ਼ਰੂਰ ਆ ਗਈ ਕਿ ਕਿੰਨਾ ਕੁ ਭੈ ਇਹਨੂੰ ਬੀਜੇਪੀ ਪਾਰਟੀ ਦਾ ਪਿਆ ਹੋਇਆ। ਬੰਦਾ ਹੈ ਜਿਹੜਾ ਸੱਤਾ ਤੋਂ ਜਦੋਂ ਕਾਂਗਰਸ ਬਾਹਰ ਹੋਈ, ਇਹ ਬੰਦਾ ਬੀਜੇਪੀ ਦੇ ਹੈੱਡਕੁਆਟਰ ਦਿੱਲੀ ਪਹੁੰਚ ਗਿਆ। ਗੱਲ ਜਿਹੜੀ ਹੈ ਬਕਾਇਦਾ ਤੌਰ ਤੇ ਪੇਪਰਾਂ ਦੇ ਵਿੱਚ ਵੀ ਛਪੀ ਸੀਗੀ ਔਰ ਇਹਨੂੰ ਉਤੋਂ ਜਿਹੜਾ ਮਾਯੂਸੀ ਦਾ ਮੂੰਹ ਦੇਖਣਾ ਪਿਆ। ਇਹਨੂੰ ਬੀਜੇਪੀ ਦੇ ਹਾਈ ਕਮਾਂਡ ਨੇ ਲੈਣਾ ਹੀ ਮੁਨਾਸਿਬ ਨਹੀਂ ਸਮਝਿਆ। ਮੈਂ ਬੜੀ ਧੰਨਵਾਦੀ ਹਾਂ अमित शाह जी दी, मोदी साहब दी और नड्डा साहब दी, जिन्हां ने ਇਹੋ ਜਿਹੇ ਕੂੜੇ ਨੂੰ ਜਿਹੜਾ ਆਪਣੀ ਪਾਰਟੀ 'ਚ ਲੈਣ ਤੋਂ ਇਨਕਾਰ ਕੀਤਾ। ਕੋਈ ਇਹਨਾਂ ਲੋਕਾਂ ਨੇ ਰੇਤੇ ਵਾਲੇ ਨਹੀਂ ਛੱਡੇ, ਦਬ ਕੇ ਮਹੀਨੇ ਲਏ, 1200 ਕਿੱਲੇ ਜ਼ਮੀਨ ਖਰੀਦੀ, ਆਪਣੇ ਡਰਾਈਵਰ ਦੀ ਘਰ ਵਾਲੀ ਦੇ ਨਾਮ ਤੇ ਵੀ ਆਪਣੇ ਪਿੰਡ 'ਚ ਜ਼ਮੀਨ ਖਰੀਦੀ। ਔਰ ਮੈਂ ਦੁਹਰਾਉਣਾ ਚਾਹੁੰਦੀ ਹਾਂ ਕਿ ਜਿਹੜੀ ਕੋਠੀ ਵੀ ਪਾਈ, ਫਾਰਮ ਹਾਊਸ ਵੀ ਪਾਇਆ, ਉਹਦਾ ਜਿਹੜਾ ਮੀਟਰ ਤੱਕ ਵੀ ਹੈ ਉਹ ਵੀ ਕਿਸੇ ਹੋਰ ਨੇ ਜਾ ਕੇ ਲਗਵਾ ਕੇ ਦਿੱਤਾ, ਉਹਦੀ ਵੀ ਪੇਮੈਂਟ ਇਹਨਾਂ ਲੋਕਾਂ ਨੇ ਆਪ ਨਹੀਂ ਕੀਤੀ। ਸਤਿ ਸ਼੍ਰੀ ਅਕਾਲ ਜੀ। ਅੱਜ ਜਿਹੜਾ ਮੇਰਾ ਲਾਈਵ ਹੋਣ ਦਾ ਕਾਰਨ ਹੈ, ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ ਆਪਣੇ ਮਨ ਦੀਆਂ। ਤਿੰਨ ਕੁ ਦਿਨ ਪਹਿਲੇ ਨਵਾਂ ਸ਼ਹਿਰ ਦੇ ਵਿੱਚ ਇੱਕ ਧਰਨਾ ਸੀਗਾ ਕਾਂਗਰਸ ਪਾਰਟੀ ਦਾ ਔਰ ਉੱਥੇ ਕਾਂਗਰਸ ਪਾਰਟੀ ਦਾ ਇੱਕ ਨੇਤਾ ਬੜਾ ਕਿਲ ਕੇ ਕਹਿ ਰਿਹਾ ਸੀਗਾ ਕਿ ਸਾਨੂੰ ਦੋ ਜਣਿਆਂ ਨਾਲ ਲੜਾਈ ਲੜਨੀ ਪੈ ਰਹੀ ਹੈ, ਇੱਕ ਪਾਸੇ ਕੇਂਦਰ ਦੀ ਸਰਕਾਰ ਨਾਲ, ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ। ਔਰ ਮੈਨੂੰ ਹਾਸਾ ਵੀ ਆ ਰਿਹਾ ਸੀ ਵੀ ਕਿਲ ਕੇ ਇਹ ਬੰਦਾ ਜਿਹੜਾ ਇੱਕੋ ਹੀ ਗੱਲ ਦੁਹਰਾਉਂਦਾ ਰਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਕਦੀ ਨਹੀਂ ਆਣੀ, ਪੰਜਾਬ ਦੇ ਵਿੱਚ ਬੀਜੇਪੀ ਆ ਨਹੀਂ ਸਕਦੀ, ਔਰ ਇੱਕੋ ਹੀ ਗੱਲ ਤੇ ਸੂਈ ਰੱਖ ਕੇ ਬੈਠਾ ਰਿਹਾ। ਉਤੋਂ ਇਹ ਸਮਝ ਤਾਂ ਜ਼ਰੂਰ ਆ ਗਈ ਕਿ ਕਿੰਨਾ ਕੁ ਭੈ ਇਹਨੂੰ ਬੀਜੇਪੀ ਪਾਰਟੀ ਦਾ ਪਿਆ ਹੋਇਆ। ਦੂਸਰੀ ਗੱਲ ਮੈਨੂੰ ਇਹ ਵੀ ਦੱਸ ਦਵਾਂ ਕਿ ਜਿਸ ਦਿਨ ਇਹ ਹਾਰਿਆ ਸੀਗਾ ਬੀਜੇਪੀ ਤੋਂ ਹੀ ਹਾਰਿਆ ਸੀਗਾ ਔਰ ਪਹਿਲੇ। ਔਰ ਮੈਂ ਨਾਲ ਇਹ ਵੀ ਗੱਲ ਕਲੀਅਰ ਕਰ ਦਵਾਂ ਕਿ ਉਹੀ ਬੰਦਾ ਹੈ ਜਿਹੜਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਕਿਸਾਨ ਅੰਦੋਲਨ ਦੀ ਇਹਨੇ ਗੱਲ ਕੀਤੀ ਕਿ ਉਹ ਲਾਸ਼ਾਂ ਕਦੀ ਨਾ ਭੁੱਲਿਓ, ਕਿਸਾਨ ਅੰਦੋਲਨ ਕਦੀ ਨਾ ਭੁੱਲਿਓ। ਜਿਸ ਦਿਨ ਕਿਸਾਨ ਅੰਦੋਲਨ ਚੱਲ ਰਿਹਾ ਸੀ, ਇੱਕ ਵੀ ਦਿਨ ਪਹਿਲੇ ਤਾਂ ਉਸ ਅੰਦੋਲਨ 'ਚ ਗਿਆ ਨਹੀਂ। ਦੂਸਰੀ ਗੱਲ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਉਹੀ ਬੰਦਾ ਹੈ ਜਿਹੜਾ ਜਾ ਕੇ ਬੀਜੇਪੀ ਦੇ ਗਵਰਨਰ ਦੇ ਗੋਡੇ ਫੜ ਕੇ ਬੈਠਾ ਹੁੰਦਾ ਸੀ। ਪੰਜਾਬ ਦੇ ਜਿਹੜੇ ਗਵਰਨਰ ਸਾਹਿਬ ਲੱਗੇ ਹੋਏ ਸੀ, ਬਦਨੌਰ ਸਾਹਿਬ, ਉਹਨਾਂ ਦੇ ਗੋਡੇ ਫੜ ਕੇ ਬੈਠਾ ਰਹਿੰਦਾ ਹੁੰਦਾ ਸੀ। ਔਰ ਨਾਲ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਉਹੀ ਬੰਦਾ ਹੈ ਜਿਹੜਾ ਸੱਤਾ ਤੋਂ ਜਦੋਂ ਕਾਂਗਰਸ ਬਾਹਰ ਹੋਈ, ਇਹ ਬੰਦਾ ਬੀਜੇਪੀ ਦੇ ਹੈੱਡਕੁਆਟਰ ਦਿੱਲੀ ਪਹੁੰਚ ਗਿਆ। ਗੱਲ ਜਿਹੜੀ ਹੈ ਬਕਾਇਦਾ ਤੌਰ ਤੇ ਪੇਪਰਾਂ ਦੇ ਵਿੱਚ ਵੀ ਛਪੀ ਸੀਗੀ ਔਰ ਇਹਨੂੰ ਉਤੋਂ ਜਿਹੜਾ ਮਾਯੂਸੀ ਦਾ ਮੂੰਹ ਦੇਖਣਾ ਪਿਆ। ਇਹਨੂੰ ਬੀਜੇਪੀ ਦੇ ਹਾਈ ਕਮਾਂਡ ਨੇ ਲੈਣਾ ਹੀ ਮੁਨਾਸਿਬ ਨਹੀਂ ਸਮਝਿਆ। ਮੈਂ ਬੜੀ ਧੰਨਵਾਦੀ ਹਾਂ ਅਮਿਤ ਸ਼ਾਹ ਜੀ ਦੀ, ਮੋਦੀ ਸਾਹਿਬ ਦੀ ਔਰ ਨੱਡਾ ਸਾਹਿਬ ਦੀ, ਜਿਨ੍ਹਾਂ ਨੇ ਇਹੋ ਜਿਹੇ ਕੂੜੇ ਨੂੰ ਜਿਹੜਾ ਆਪਣੀ ਪਾਰਟੀ 'ਚ ਲੈਣ ਤੋਂ ਇਨਕਾਰ ਕੀਤਾ। ਨਾਲ ਮੈਂ ਇਹ ਗੱਲ ਜ਼ਰੂਰ ਪੰਜਾਬੀਆਂ ਦੇ ਨਾਲ ਕਰਨਾ ਚਾਹੁੰਦੀ ਹਾਂ ਕਿ ਬੰਦਾ ਕਹਿੰਦਾ ਕਿ ਤੁਸੀਂ ਕਿਸਾਨ ਅੰਦੋਲਨ ਨਾ ਭੁੱਲਿਓ, ਤੁਸੀਂ ਕਾਨੂੰਨ ਨਾ ਭੁੱਲਿਓ, ਬਿਲਕੁਲ ਨਾ ਭੁੱਲਿਓ। ਇਹ ਗੱਲ ਇਹ ਜਿਹੜਾ ਕਹਿ ਰਿਹਾ ਇਹ ਬੰਦਾ, ਇਹਦੇ ਬਾਰੇ ਮੈਂ ਪਰ ਜ਼ਰੂਰ ਚਾਨਣਾ ਪਾਉਣਾ ਚਾਹੁੰਦੀ ਹਾਂ ਕਿ ਅੱਜ ਤੱਕ ਕਾਂਗਰਸ ਪਾਰਟੀ ਨੇ ਜਿਹੜੀ ਰਾਜਨੀਤੀ ਕੀਤੀ ਹੈ ਉਹ ਸਿਰਫ ਲਾਸ਼ਾਂ ਦੀ ਰਾਜਨੀਤੀ ਕੀਤੀ ਹੈ। ਪਹਿਲੀ ਗੱਲ, ਇਹ ਆਦਮੀ ਇਸ ਗੱਲ ਦਾ ਜਵਾਬ ਦੇਵੇ ਇਹ ਜਾਂ ਇਹਦਾ ਟੱਬਰ ਕਿੰਨੇ ਕੁ ਦਿਨ ਕਿਸਾਨਾਂ ਦੀ ਖਾਤਰ ਉੱਥੇ ਜਾ ਕੇ ਬੈਠੇ ਸੀਗੇ। ਦੂਸਰੀ ਗੱਲ, ਅੱਜ ਸਿੱਖਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਜਾ ਕੇ ਜਿਹੜਾ ਇਹ ਕਾਨੂੰਨਾਂ ਨੂੰ ਭੁੱਲਿਓ ਨਾ, ਉਹਨਾਂ ਲਾਸ਼ਾਂ ਨੂੰ ਭੁੱਲਿਓ ਨਾ। ਤੇ ਸਿੱਖ ਜਿਹੜੇ ਆ, ਕਾਂਗਰਸ ਪਾਰਟੀ ਨੇ ਜਿਹੜਾ ਸਿੱਖ ਕਤਲੇਆਮ ਕਰਾਇਆ, ਨਸਲ ਕੁਸ਼ੀ ਕਰਾਈ, ਉਹਨੂੰ ਭੁੱਲ ਜਾਣ। ਜਿਹੜਾ ਤੁਸੀਂ ਦਰਬਾਰ ਸਾਹਿਬ ਤੇ ਟੈਂਕਰ ਚਾੜੇ, ਅਕਾਲ ਤਖਤ ਸਾਹਿਬ ਤੇ ਟੈਂਕਰ ਚਾੜੇ, ਉਹਨੂੰ ਭੁੱਲ ਜਾਣ। ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਿਹੜੀ ਉੱਥੇ 84 ਦੇ ਵਿੱਚ ਤੁਸੀਂ ਗੋਲੀਆਂ ਦੀ ਵਿਚਾਰ ਕੀਤੀ, 83 ਦੇ ਵਿੱਚ, ਉਹ ਭੁੱਲ ਜਾਣ। ਉਹ ਸਭ ਕੁਝ ਭੁੱਲ ਜਾਣ। ਜਿਹੜੇ ਦਿੱਲੀ ਦੇ ਵਿੱਚ ਸਿੱਖ ਮੁੰਡਿਆਂ ਨੂੰ ਫੜ ਕੇ ਉਹਨਾਂ ਦੇ ਗੁਪਤ ਅੰਗ ਕੱਟ ਕੇ ਜਿਹੜਾ ਉਹਨਾਂ ਦੀਆਂ ਮਾਵਾਂ ਦੇ ਮੂੰਹ ਦੇ ਵਿੱਚ ਦਿੱਤੇ ਗਏ, ਉਹ ਸਿੱਖ ਭੁੱਲ ਜਾਣ। ਔਰ ਯਾਦ ਰੱਖਣ ਜੋ ਤੁਸੀਂ ਉਹਨਾਂ ਨੂੰ ਰਟਾ ਰਹੇ ਹੋ, ਉਹ ਭੁੱਲ ਕੇ ਸਭ ਕੁਝ ਤੁਹਾਡੇ ਪੰਜੇ ਤੇ ਮੋਹਰਾਂ ਲਾਉਂਦੇ ਰਹਿਣ। ਤੁਹਾਡਾ ਰਾਜੀਵ ਗਾਂਧੀ ਜੀ, ਤੁਹਾਡੇ ਸੋਨੀਆ ਗਾਂਧੀ ਜੀ, ਤੁਹਾਡੇ ਰਾਹੁਲ ਗਾਂਧੀ ਜੀ ਕਦੀ ਮਾਫੀ ਨਾ ਮੰਗਣ ਆਪਣੀਆਂ ਇਹਨਾਂ ਕਾਲੀਆਂ ਕਰਤੂਤਾਂ ਦੀ। ਔਰ ਮੈਂ ਇਹ ਵੀ ਗੱਲ ਕਹਿਣਾ ਚਾਹੁੰਦੀ ਹਾਂ, ਮਨੀਪੁਰ ਦਾ ਰਾਹੁਲ ਗਾਂਧੀ ਜੀ ਨੂੰ ਬੜਾ ਚੇਤਾ ਆਇਆ ਕਿ ਮਨੀਪੁਰ ਵਾਲਿਆਂ ਨੂੰ ਮੈਂ ਮਿਲ ਕੇ ਆਇਆ। ਭਰਾਵਾ,
ਜਿਹੜੇ ਸਿੱਖ ਤੁਸੀਂ ਮਾਰੇ 30-32 ਸਾਲ ਹੋ ਗਏ ਉਹਨਾਂ ਨੂੰ ਇਨਸਾਫ ਦੇ ਲਈ ਬਿਲਕਦਿਆਂ, ਅੱਜ ਜਿਹੜੇ 84 ਪੀੜਿਤ ਸਿੱਖ ਹੈ ਤੇਰੇ ਘਰ ਦੇ ਬਾਹਰ ਰਹਿੰਦੇ ਦਿੱਲੀ ਦੇ ਵਿੱਚ, ਉਹਨਾਂ ਨੂੰ ਵੀ ਕਦੀ ਜਾ ਕੇ ਮਿਲ ਲੈ। ਅੱਜ ਮੈਂ ਤਾਂ ਉਸ ਸੱਚੇ ਪਾਤਸ਼ਾਹ ਦੀ, ਗੁਰੂ ਰਾਮਦਾਸ ਦੀ ਔਰ ਜਿਹੜਾ ਭੋਲੇਨਾਥ ਦੀ ਬੜੀ ਧੰਨਵਾਦੀ ਹੈ ਕਿ ਮੇਰੀ ਪਾਰਟੀ ਬਦਲ ਗਈ। ਲੋਕੋ, ਇਹ ਕਾਂਗਰਸ ਪਾਰਟੀ ਜਿਹੜੀ ਹੈ ਲੋਕਾਂ ਨੂੰ ਸਿਰਫ ਤੇ ਸਿਰਫ ਬੁੱਧੂ ਬਣਾਉਂਦੀ ਹੈ। ਅੱਜ ਇਹ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਆ ਔਰ ਇਹਨਾਂ ਚੋਂ ਕਿੰਨੇ ਬੰਦੇ ਆ ਜਿਹੜੇ ਜਾ ਕੇ ਉਸ ਅੰਦੋਲਨ ਦੇ ਵਿੱਚ ਬੈਠੇ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਮੋਦੀ ਸਾਹਿਬ ਦੇ ਬਾਰੇ, ਜਿਹੜਾ ਸੰਘ ਕਰੋੜ ਕੇ ਇਹ ਨੇਤਾ ਕਹਿੰਦਾ ਸੀਗਾ ਕਿ ਮੋਦੀ ਸਾਹਿਬ ਨੇ ਜਿਹੜਾ ਦੇਸ਼ ਨੂੰ ਵੇਚਣ ਦੀ ਗੱਲ ਕੀਤੀ ਹੈ, ਦੇਸ਼ ਨੂੰ ਇਹ ਕਰ ਦਿੱਤਾ। ਜਿੰਨੇ ਰਾਸ਼ਟਰਵਾਦੀ ਇਹ ਆਰਐਸਐਸ ਦੇ ਔਰ ਬੀਜੇਪੀ ਦੇ ਲੋਕ ਹੈ, ਜਿੰਨੇ ਜਿਹੜਾ ਨੈਸ਼ਨਲਿਸਟ ਉਹ ਲੋਕ ਹੈ, ਕੋਈ ਹੋ ਨਹੀਂ ਸਕਦਾ। ਤੁਹਾਡੀ ਪਾਰਟੀ ਦੇ ਵਿੱਚ ਮੈਂ ਸੀਗੀ, ਉਸ ਪਾਰਟੀ ਨੇ ਕਦੇ ਵੀ ਸਾਨੂੰ ਇਹ ਪਾਠ ਨਹੀਂ ਪੜਾਇਆ ਕਿ ਤੁਸੀਂ ਆਪਣੇ ਦੇਸ਼ ਦੇ ਸਮਰਪਿਤ ਹੋ ਕੇ ਕੰਮ ਕਰਨਾ। ਕਿਸੇ ਵੀ ਬੀਜੇਪੀ ਦੀ ਅਸੀਂ ਮੀਟਿੰਗ ਦੇ ਵਿੱਚ ਜਾਂਦੇ ਹਾਂ, ਸਾਨੂੰ ਪਹਿਲੀ ਗੱਲ ਸਿਰਫ ਤੇ ਸਿਰਫ ਦੇਸ਼ ਔਰ ਸਮਾਜ ਇਹਦੇ ਬਾਰੇ ਪੜਾਇਆ ਜਾਂਦਾ। ਔਰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਅੱਜ ਜਿਹੜਾ ਬੀਜੇਪੀ ਪਾਰਟੀ ਹੈ ਔਰ ਸਾਡੇ ਜਿਹੜੇ ਮੋਦੀ ਸਾਹਿਬ ਹੈ, ਇਹਨਾਂ ਨੇ ਕਦੀ ਵੀ ਜਿਤਾਇਆ ਨਹੀਂ ਸਿੱਖਾਂ ਨੂੰ ਕਿ ਸਿੱਖਾਂ ਦੇ ਵਾਸਤੇ ਇਹਨਾਂ ਨੇ ਕੀ ਕੀਤਾ। ਮੋਦੀ ਸਾਹਿਬ ਨੇ ਜੇ ਲਾਂਘਾ ਖੁਲਾਇਆ, ਉਹਨਾਂ ਨੇ ਉਹਦੀਆਂ ਕੋਈ ਮਸ਼ਹੂਰੀਆਂ ਨਹੀਂ ਦਿੱਤੀਆਂ, ਕੋਈ ਸਿੱਖ ਜਗਤ ਦੇ ਉੱਤੇ ਅਹਿਸਾਨ ਨਹੀਂ ਜਤਾਇਆ। ਅੱਜ ਮੋਦੀ ਸਾਹਿਬ ਨੇ ਜਿਹੜਾ 400 ਸਾਲਾ ਮਨਾਇਆ, 550 ਸਾਲਾ ਬੜੇ ਸ਼ਾਨ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਨਾਇਆ। ਜਿਹੜਾ ਸਾਡੇ ਬਾਲ ਦਿਵਸ ਜਿਹੜਾ ਇਹਨਾਂ ਨੇ ਡਿਕਲੇਅਰ ਕੀਤਾ ਸਾਡੇ ਸਾਹਿਬਜ਼ਾਦਿਆਂ ਦਾ, ਉਹ ਵੀ ਉਹਨਾਂ ਨੇ ਕਦੀ ਜਤਾਇਆ ਨਹੀਂ। ਜੇ ਦੇਣਾ ਦਿੱਤੀਆਂ ਸਿੱਖ ਕੌਮ ਨੂੰ, ਜੇ ਜਿਹੜਾ ਸਿੱਖ ਕਤਲੇਆਮ ਨਸਲਕੁਸ਼ੀ ਹੋਈ 84 ਦੀ, ਜੇਕਰ ਉਸ 84 ਦੀ ਨਸਲਕੁਸ਼ੀ ਦਾ ਇਨਸਾਫ ਵੀ ਅੱਜ ਦਵਾਇਆ ਤਾਂ ਮੋਦੀ ਸਾਹਿਬ ਨੇ ਤਕੜੇ ਵਕੀਲ ਖੜੇ ਕਰਕੇ ਜਿਹੜਾ ਲੋਕਾਂ ਨੂੰ ਦਵਾਇਆ। ਔਰ ਹਿੰਦੂਆਂ ਨੇ ਉਲਟਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਗਲਤੀ ਕਰਕੇ ਹਿੰਦੂਆਂ ਦੇ ਕਤਲ ਹੁੰਦੇ ਰਹੇ, ਹਿੰਦੂਆਂ ਦੇ ਜੁੱਤੀਆਂ ਪੈਂਦੀਆਂ ਰਹੀਆਂ। ਔਰ ਇਹ ਸਾਰੀ ਦੀ ਸਾਰੀ ਕਰਤੂਤ ਜਿਹੜੀ ਹੈ ਇਹ ਕਾਂਗਰਸ ਪਾਰਟੀ ਦੀ ਹੈ। ਲੋਕੋ, ਹੁਣ ਵੀ ਸਮਝ ਜਾਓ, ਇਹ ਪਾਰਟੀ ਜਿਹੜੀ ਹੈ ਇਹਦੀ ਦੇਣ ਕੋਈ ਪੰਜਾਬ ਨੂੰ ਚੰਗੀ ਨਹੀਂ। ਔਰ ਅੱਜ ਇਹਦੇ ਨੇਤਾ ਜਿਹੜੇ ਹੈ, ਇਸ ਜਿਹੜਾ ਬੰਦਾ ਇਹ ਸੰਘ ਕਰੋੜ ਕੇ ਗੱਲਾਂ ਕਰ ਰਿਹਾ ਸੀ, ਤੂੰ ਕੱਲ ਤਾਂ ਜਾ ਕੇ ਉੱਥੇ ਜਿਹੜਾ ਸਸੋਦੀਏ ਦੇ ਤਲਵੇ ਚੱਟ ਰਿਹਾ ਸੀਗਾ। ਇਸ ਬੰਦੇ ਦਾ ਗੁਣ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ। ਇਹ ਬਾਹਰ ਆ ਕੇ ਜਿਹੜਾ ਤੁਹਾਨੂੰ ਸਰੀਆ ਪਾ ਕੇ ਦੱਸਦਾ ਔਰ ਅੰਦਰ ਜਦੋਂ ਜਾਂਦਾ ਤਾਂ ਇਹ ਸਿਰਫ ਆਪਣੀ ਜੀਭ ਬਾਹਰ ਰੱਖਦਾ ਕਿ ਮੈਂ ਜਾ ਕੇ ਜਿਹੜਾ ਸੱਤਾ ਦੇ ਵਿੱਚ ਸੰਘਾਸਨ ਦੇ ਉੱਤੇ ਬੰਦਾ ਬੈਠਾ ਉਹਦੇ ਤਲਵੇ ਕਿੱਦਾਂ ਚੱਟਨੇ। ਇਹਦੀ ਸਿਰਫ ਇਹ ਕੁਆਲਿਟੀ ਹੈਗੀ ਹੈ। ਸੋ ਲੋਕੋ, ਅੱਜ ਕਾਂਗਰਸ ਪਾਰਟੀ ਜਿਹੜਾ ਧਰਨੇ ਦੇ ਰਹੀ ਹੈ ਕਿ 50,000 ਰੁਪਇਆ ਮੁਆਵਜ਼ਾ ਦਿੱਤਾ ਜਾਵੇ ਲੋਕਾਂ ਨੂੰ। ਜਿਹੜਾ 50,000 ਰੁਪਏ ਜੇ ਕਿਸੇ ਦੇ ਜਿਹੜੇ ਪਸ਼ੂ ਹੈ ਉਹ ਮਰ ਗਏ ਉਹਨਾਂ ਵਾਸਤੇ ਦਿੱਤਾ ਜਾਵੇ। ਔਰ 5 ਲੱਖ ਰੁਪਇਆ ਮਕਾਨਾਂ ਵਾਸਤੇ। ਮੈਂ ਯਾਦ ਕਰਾਉਣਾ ਚਾਹੁੰਦੀ ਹਾਂ ਕਾਂਗਰਸ ਪਾਰਟੀ ਨੂੰ ਕਿ ਤੁਸੀਂ ਲੋਕ ਵੀ ਸੱਤਾ ਦੇ ਵਿੱਚ ਰਹੇ ਹੈ, 17 ਤੋਂ ਪਹਿਲੇ ਵੀ ਰਹੇ ਹੈ। ਤੁਸੀਂ ਸੱਤਾ ਦੇ ਵਿੱਚ 17 ਤੋਂ ਪਹਿਲੇ ਜਦੋਂ ਤੁਸੀਂ ਸੱਤਾ ਤੋਂ ਬਾਹਰ ਸੀਗੇ, ਉਦੋਂ ਤੁਸੀਂ ਲੋਕ ਜਿਹੜਾ ਕਹਿੰਦੇ ਸੀਗੇ ਭਈ 45,000 ਮੁਆਵਜ਼ਾ ਦਿਓ। ਮੈਂ ਯਾਦ ਕਰਾਉਣਾ ਚਾਹੁੰਦੀ ਹਾਂ ਚਿੱਟੀ ਮੱਕੀ ਦਾ ਕਾਂਡ। ਔਰ ਉਦੋਂ ਤੁਸੀਂ ਜਦੋਂ ਸੱਤਾ ਦੇ ਵਿੱਚ ਆਏ ਕਿ ਤੁਸੀਂ 45,000 ਰੁਪਏ ਮੁਆਵਜ਼ਾ ਪ੍ਰਤੀ ਕਿੱਲਾ ਦਿੱਤਾ। 17 ਤੋਂ 22 ਤੱਕ ਤੁਸੀਂ ਸੱਤਾ ਦੇ ਵਿੱਚ ਰਹੇ, ਤੁਸੀਂ ਉਦੋਂ ਨਹੀਂ ਦਿੱਤਾ ਮੁਆਵਜ਼ਾ। ਅੱਜ ਤੁਹਾਨੂੰ ਮੁਆਵਜ਼ਾ ਯਾਦ ਆ ਗਿਆ। ਝਾੜੂ ਵਾਲੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ, ਇਹ 17 ਤੋਂ ਪਹਿਲੇ ਸੱਤਾ ਤੋਂ ਬਾਹਰ ਸੀਗੇ ਤਾਂ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਮੁਆਵਜ਼ਾ 45,000 ਲੋਕਾਂ ਨੂੰ ਮਿਲਣਾ ਚਾਹੀਦਾ। ਅੱਜ ਸੱਤਾ ਦੇ ਵਿੱਚ ਆ ਕੇ ਉਹ ਵੀ ਮੁੱਕਰ ਗਏ। ਸੋ ਪੰਜਾਬ ਦੇ ਲੋਕੋ, ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੀ ਹਾਂ, ਔਰ ਖਾਸ ਤੌਰ ਨੌਜਵਾਨ ਪੀੜ੍ਹੀ ਨੂੰ, ਮੈਂ ਵੀ ਤੁਹਾਡੇ ਵਾਂਗੂ ਹੀ ਇੱਕ ਸਧਾਰਨ ਜਿਹੇ ਪਰਿਵਾਰ ਤੋਂ, ਔਰ ਲੋਕਾਂ ਦੇ ਵਿੱਚ ਰਾਜਨੀਤੀ ਨੂੰ ਜਿਹੜਾ ਠੀਕ ਕਰਨ ਲਈ, ਸਾਫ਼ ਸੁਥਰੀ ਔਰ ਕਰਪਸ਼ਨ ਮੁਕਤ ਜਿਹੜਾ ਰਾਜਨੀਤੀ ਕਰਨ ਨੂੰ, ਇਹਨੂੰ ਸੁਧਾਰਨ ਵਾਸਤੇ, ਸਮਾਜ ਦੀ ਸੇਵਾ ਕਰਨ ਵਾਸਤੇ ਮੈਂ ਇਸ ਲਾਈਨ ਦੇ ਵਿੱਚ ਆਈ ਸੀ। ਔਰ ਮੇਰਾ ਰਿਕਾਰਡ ਜਿਹੜਾ ਮੇਰੇ ਗੜ੍ਹ ਸ਼ੰਕਰ ਜਾ ਕੇ ਪਤਾ ਕਰ ਲਓ, ਜੇ ਇੱਕ ਨਵਾਂ ਪੈਸਾ ਕਦੀ ਕਿਸੇ ਅਫਸਰ ਤੋਂ ਜਾਂ ਮੈਂ ਜਿਹੜਾ ਕਿਸੇ ਹੋਰ ਤੋਂ ਕਿਸੇ ਕੰਮ ਵਾਸਤੇ ਕਦੀ ਮੈਂ ਜਾਂ ਮੇਰੇ ਕਿਸੇ ਬੰਦੇ ਨੇ ਲਿਆ ਹੋਵੇ। ਔਰ ਮੈਂ ਬੜੀ ਸ਼ਾਨ ਦੇ ਨਾਲ ਸਿਰ ਚੁੱਕ ਕੇ ਜਿਹੜਾ ਇਹ ਗੱਲ ਕਹਿ ਸਕਦੀ ਹਾਂ ਕਿ ਮੈਂ ਇਸ ਮੰਤਵ ਦੇ ਨਾਲ ਰਾਜਨੀਤੀ ਦੇ ਵਿੱਚ ਆਈ ਹਾਂ। ਅੱਜ ਜੋ ਮੈਂ ਦੇਖਦੀ ਹਾਂ ਮੇਰੇ ਨੌਜਵਾਨ ਵੀਰੋ, ਅੱਜ ਸਿਰਫ ਤੇ ਸਿਰਫ ਜਿਹੜੀਆਂ ਮੇਨ ਪੁਰਾਣੀਆਂ ਪਾਰਟੀਆਂ ਹੈਗੀਆਂ, ਇਹ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਕਰਦੀਆਂ। ਚਾਹੇ ਉਹ ਕਾਂਗਰਸ ਪਾਰਟੀ ਹੈ, ਇਹ ਆਮ ਆਦਮੀ ਪਾਰਟੀ ਹੈ। ਮੈਂ ਤਾਂ ਇਹਨਾਂ ਨੂੰ ਦੇਖ ਕੇ ਹੈਰਾਨ ਹਾਂ, ਸੱਤਾ ਤੋਂ ਬਾਹਰ ਹੁੰਦਿਆਂ ਕੁਝ ਹੋਰ, ਸੱਤਾ ਦੇ ਅੰਦਰ ਆ ਕੇ ਕੁਝ ਹੋਰ। ਸੋ ਅੱਜ ਜਿਹੜਾ ਪੰਜਾਬ ਦਾ ਯੂਥ ਹੈ, ਇਹਨੂੰ ਬਹੁਤ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਔਰ ਇਹੋ ਜਿਹੇ ਜਿਹੜੇ ਨੇਤਾ ਜਿਹੜੇ ਸੰਘ ਘਰੇੜ ਕੇ ਉੱਥੇ ਉੱਚੀ ਕਿੱਲਦੇ ਆ, ਇਹਨਾਂ ਤੋਂ ਵੀ ਬਚਣ ਦੀ ਲੋੜ ਹੈ। ਕਿਉਂਕਿ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਕੋਈ ਕ੍ਰੈਸ਼ਰ ਵਾਲਾ ਨਹੀਂ ਛੱਡਿਆ, ਕੋਈ ਇਹਨਾਂ ਲੋਕਾਂ ਨੇ ਰੇਤੇ ਵਾਲੇ ਨਹੀਂ ਛੱਡੇ। ਦਬ ਕੇ ਮਹੀਨੇ ਲਏ, 1200 ਕਿੱਲੇ ਜ਼ਮੀਨ ਖਰੀਦੀ, ਆਪਣੇ ਡਰਾਈਵਰ ਦੀ ਘਰ ਵਾਲੀ ਦੇ ਨਾਮ ਤੇ ਵੀ ਆਪਣੇ ਪਿੰਡ 'ਚ ਜ਼ਮੀਨ ਖਰੀਦੀ।
ਔਰ ਮੈਂ ਦੁਹਰਾਉਣਾ ਚਾਹੁੰਦੀ ਹਾਂ ਕਿ ਜਿਹੜੀ ਕੋਠੀ ਵੀ ਪਾਈ, ਫਾਰਮ ਹਾਊਸ ਵੀ ਪਾਇਆ, ਉਹਦਾ ਜਿਹੜਾ ਮੀਟਰ ਤੱਕ ਵੀ ਹੈ ਉਹ ਵੀ ਕਿਸੇ ਹੋਰ ਨੇ ਜਾ ਕੇ ਲਗਵਾ ਕੇ ਦਿੱਤਾ, ਉਹਦੀ ਵੀ ਪੇਮੈਂਟ ਇਹਨਾਂ ਲੋਕਾਂ ਨੇ ਆਪ ਨਹੀਂ ਕੀਤੀ। ਅੱਜ ਕਿਲ ਕਿਲ ਕੇ ਜਿਹੜਾ ਇਮਾਨਦਾਰੀ ਦੇ ਇਹ ਢੋਲ ਵਜਾਉਂਦੇ ਫਿਰਦੇ ਆ। ਸੋ ਮੈਂ ਪੰਜਾਬ ਦੀ ਜਨਤਾ ਨੂੰ ਔਰ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਦੀ ਹਾਂ, ਇਹਨਾਂ ਚਾਲਬਾਜ਼ਾਂ ਤੋਂ, ਇਹਨਾਂ ਜ਼ਹਿਰ ਘੋਲਣ ਵਾਲਿਆਂ ਤੋਂ ਜਿਹੜਾ ਤੁਸੀਂ ਸੁਚੇਤ ਰਹੋ। ਜੈ ਹਿੰਦ।